हाँ जी, ਅਸੀਂ ਗੱਲ ਕਰਾਂਗੇ ਗੁਰਮਤਿ ਕਾਵਿ-ਧਾਰਾ ਦੀ ਪਰੰਪਰਾ ਦੇ ਬਾਰੇ 'ਚ। ਗੁਰਮਤਿ ਕਾਵਿ-ਧਾਰਾ ਮੱਧਕਾਲੀਨ ਪੰਜਾਬੀ ਸਾਹਿਤ ਦੀ ਅਮੀਰ ਕਾਵਿ-ਧਾਰਾ ਹੈ, ਜਿਸ ਦੀ ਜਿਹੜੀ ਸਿਰਜਣਾ ਹੈ 12ਵੀਂ ਸਦੀ ਤੋਂ ਲੈ ਕੇ 14ਵੀਂ ਸਦੀ ਤੱਕ ਲਗਾਤਾਰ ਹੁੰਦੀ ਰਹੀ ਹੈ। ਤੇ ਇਹ ਗੁਰਮਤਿ ਕਾਵਿ-ਧਾਰਾ ਦਾ ਵਿਸ਼ੇਸ਼ਤਾ ਇਸ ਗੱਲ ਦੇ ਵਿੱਚ 14ਵੀਂ ਸਦੀ ਤੋਂ ਵੀ ਅੱਗੇ ਹੋਈ ਹੈ, ਜਿਵੇਂ ਗੁਰੂ ਨਾਨਕ ਸਾਹਿਬ ਦੀ ਬਾਣੀ ਜਿਹੜੀ ਆ, ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਸਾਰੇ ਗੁਰੂ ਸਾਹਿਬਾਨਾਂ ਦੀ ਜੋ ਰਚਨਾਵਾਂ ਨੇ ਗੁਰਮਤਿ ਕਾਵਿ ਦੇ ਵਿੱਚ ਦਰਜ ਨੇ। ਤੇ ਗੁਰਮਤਿ ਕਾਵਿ ਦਾ ਜਿਹੜਾ ਸਾਡੇ ਜੀਵਨ ਤੇ ਜੋ ਪ੍ਰਭਾਵ ਆ, ਇਹ ਦੋ ਤਰ੍ਹਾਂ ਨਾਲ ਅਸੀਂ ਵੇਖ ਸਕਦੇ ਹਾਂ। ਇੱਕ ਹੈ ਕਿ ਸਾਡੇ ਜੀਵਨ ਨੂੰ ਧਾਰਮਿਕ ਰੰਗ ਦਿੰਦੀ ਆ, ਧਾਰਮਿਕ ਜਿਹੜੀ ਇੱਕ ਦਿਸ਼ਾ ਆ ਉਹ ਦਿੰਦੀ ਆ, ਤੇ ਦੂਸਰਾ ਇਸ ਦੇ ਵਿੱਚ ਆ ਕਿ ਸਾਨੂੰ ਸਦਾਚਾਰਕਤਾ ਦੇ ਗੁਣ ਵੀ ਜਿਹੜੇ ਆ ਉਹ ਗੁਰਬਾਣੀ 'ਚ ਦੱਸੇ ਗਏ ਆ। ਤੇ ਗੁਰਬਾਣੀ ਦਾ ਜੋ ਗੁਰਮਤਿ ਕਾਵਿ ਦਾ ਜੋ ਸੰਬੰਧ ਆ, ਜੋ ਇਸਦਾ ਇੱਕ ਸਾਡੇ ਜੀਵਨ ਤੇ ਪ੍ਰਭਾਵ ਆ, ਉਹ ਮੱਧਕਾਲੀਨ ਭਾਰਤ ਦੀਆਂ ਪ੍ਰਮੁੱਖ ਕਾਵਿ-ਧਾਰਾਂ ਵਿੱਚੋਂ ਹੋਣ ਕਰਕੇ ਇਸ ਦਾ ਜ਼ਿਆਦਾ ਭਾਵ ਆ, ਕਿਉਂਕਿ ਉਸ ਵੇਲੇ ਕਾਵਿ ਰਚਨਾਵਾਂ ਜਿਹੜੀਆਂ ਹੋਈਆਂ ਸੀ ਮੱਧਕਾਲ ਦੇ ਵਿੱਚ, ਉਹਨਾਂ 'ਚ ਸੂਫੀ ਕਾਵਿ-ਧਾਰਾ, ਕਿੱਸਾ ਕਾਵਿ-ਧਾਰਾ ਜਾਂ ਬੀਰ ਕਾਵਿ-ਧਾਰਾ, ਉਹਦੇ ਨਾਲ ਹੀ ਗੁਰਮਤਿ ਕਾਵਿ-ਧਾਰਾ ਦਾ ਆਪਣਾ ਵਿਲੱਖਣ ਜਿਹੜਾ ਯੋਗਦਾਨ ਆ, ਇਸ ਦਾ ਸੰਬੰਧ ਹੈ। ਔਰ ਨਾਥ ਬਾਣੀ ਇਸ ਤੋਂ ਪਹਿਲਾਂ ਹੋ ਚੁੱਕੀ ਹੈ, ਸਿੱਧ ਬਾਣੀ ਹੋ ਚੁੱਕੀ ਆ, ਭਗਤ ਬਾਣੀ ਹੋ ਚੁੱਕੀ ਆ, ਤੇ ਗੁਰਬਾਣੀ ਅਤੇ ਸੂਫੀ ਕਾਵਿ ਜਿਹੜੇ ਨੇ ਇਹ ਦੋਨੋਂ ਅਧਿਆਤਮਕਤਾ, ਪ੍ਰਮਾਤਮਾ ਦੀ ਆਤਮਾ ਦੀ ਗੱਲ ਕਰਨ ਵਾਲੇ ਦੋ ਕਾਵਿ ਨੇ। ਪਰ ਜਿਹੜਾ ਗੁਰਬਾਣੀ ਆ ਉਸ ਦਾ ਸੰਬੰਧ ਅਧਿਆਤਮਕਤਾ ਨਾਲ ਵਧੇਰੇ ਆ, ਕਿਉਂਕਿ ਇਸ ਦੇ ਵਿੱਚ ਜੋ ਬਿੰਬ ਲਏ ਗਏ ਆ, ਜੋ ਇਸ ਦੇ ਵਿੱਚ ਜੋ ਵੀ ਸੰਸਾਰਿਕ ਜਾਂ ਅਧਿਆਤਮਕ ਜਾਂ ਜਿਸ ਤਰ੍ਹਾਂ ਦੇ ਵੀ ਸਮਾਜਿਕ ਪਰਿਪੇਖ ਲਏ ਗਏ ਆ, ਉਹ ਸਾਰੇ ਹੀ ਮਾਨਵਤਾ ਨੂੰ ਸਮਰਪਿਤ ਨੇ। ਸੂਫੀ ਕਵਿਤਾ ਜਿਹੜੀ ਆ ਉਹਦੇ ਵਿੱਚ ਇੱਕ ਜੋ ਬਿੰਬ ਨੇ ਉਹ ਸੰਸਾਰਿਕ ਵਧੇਰੇ ਨੇ, ਉਹਨਾਂ ਦਾ ਜਿਹੜਾ ਜਿਵੇਂ ਆਤਮਾ ਤੇ ਪ੍ਰਮਾਤਮਾ ਲਈ ਵੀ ਸੂਫੀ ਕਵੀ ਜਿਹੜੇ ਵਧੇਰੇ ਕਰਕੇ ਹੀਰ ਰਾਂਝੇ ਦਾ ਬਿੰਬ ਇਸਤੇਮਾਲ ਕਰਦੇ ਆ, ਜਦੋਂ ਕਿ ਗੁਰਮਤਿ ਕਾਵਿ ਦੇ ਵਿੱਚ ਮਰਿਆਦਾਬੱਧ ਰਿਸ਼ਤਿਆਂ ਦੀ ਗੱਲ ਜਿਹੜੀ ਆ ਵਧੇਰੇ ਆ, ਜਿਸ ਦੇ ਵਿੱਚ ਪਤੀ ਪਤਨੀ ਦੇ ਬਿੰਬ ਨੂੰ ਆਤਮਾ ਤੇ ਪ੍ਰਮਾਤਮਾ ਦੀ ਆਪਸੀ ਰੂਹਾਨੀ ਸਾਂਝ ਦੇ ਤੌਰ ਤੇ ਪ੍ਰਗਟਾਇਆ ਗਿਆ। ਤਾਂ ਇਸ ਤਰੀਕੇ ਨਾਲ ਜਿਹੜੀ ਸਾਡੇ ਕੋਲ ਇਹ ਆਉਂਦੀ ਆ ਬਾਣੀ, ਉਹਦੇ ਵਿੱਚ ਗੁਰਮਤਿ ਕਾਵਿ ਦੇ ਜਿਹੜਾ ਵਿਚਾਰ ਪ੍ਰਬੰਧ ਆ ਗੁਰਮਤਿ ਕਾਵਿ ਦਾ, ਉਹਦੇ ਵਿੱਚ ਸਿੱਧ ਜੋਗੀਆਂ, ਨਾਥ ਜੋਗੀਆਂ ਦੀ ਦਾਰਸ਼ਨਿਕਤਾ ਦੇ ਪ੍ਰਭਾਵ ਵੀ ਪਏ ਆ। ਤੇ ਇਹਦੇ ਵਿੱਚ ਜਿਹੜੇ ਸਾਡੇ ਭਾਰਤੀ ਵੇਦ ਨੇ, ਸਾਡੇ ਜਿਹੜੇ ਪੁਰਾਣੇ ਗ੍ਰੰਥ ਨੇ, ਉਹਨਾਂ ਦਾ ਵੀ ਪ੍ਰਭਾਵ ਮਿਲਦਾ ਆ। ਇਹਦੇ ਵਿੱਚ ਨਿਰਗੁਣ ਭਗਤੀ ਦਾ ਸੰਕਲਪ ਵੀ ਹੈ, ਜਿਸ ਦੇ ਵਿੱਚ ਪ੍ਰਮਾਤਮਾ ਨੂੰ ਕੋਈ ਆਕਾਰ ਨਹੀਂ, ਨਿਰਾਕਾਰ ਮੰਨਿਆ ਗਿਆ ਹੈ। ਬ੍ਰਹਮ ਦੇ ਅਰਥ ਨਿਰਾਕਾਰ ਨੇ, ਉਸਨੂੰ ਹਰ ਸ੍ਰਿਸ਼ਟੀ ਦੇ ਹਰ ਜ਼ਰੇ 'ਚ ਪਿਆ ਵਸਿਆ ਵੇਖਿਆ ਗਿਆ, ਜਿਸ ਕਰਕੇ ਉਹ ਨਿਰਾਕਾਰ ਹੈ। ਤੇ ਉਸਨੂੰ ਹਰ ਮਨੁੱਖ ਦੇ ਅੰਦਰ, ਉਹਦੀ ਚੇਤਨਾ ਦੇ ਅੰਦਰ ਵਸਿਆ ਵੇਖਿਆ, ਜਿਸ ਕਰਕੇ ਉਸਨੂੰ ਨਿਰਾਕਾਰ ਤੇ ਸਰੋਕਾਰ ਦਾ ਜਿਹੜਾ ਹੈਗਾ, ਨਿਰਗੁਣ ਤੇ ਸਰਗੁਣ ਦਾ ਜਿਹੜਾ ਸ਼ਬਦ ਆ ਉਹ ਵਰਤੇ ਗਏ ਆ। ਇਸ ਤਰ੍ਹਾਂ ਬੁੱਧ ਮਤ ਹੈ ਜਿਹੜਾ, ਉਹਦੇ ਵਿੱਚ ਜੋ ਸ਼ੂਨਿਆ ਦਾ ਸੰਕਲਪ ਆ ਤੇ ਅਦਵੈਤਵਾਦ ਜਾਂ ਵਿਦਾਂਤ ਦੇ ਵਿੱਚ ਜੋ ਬਹੁਦੇਵਵਾਦ ਦਾ ਮਿਸ਼ਰਣ ਆ, ਗੁਰਬਾਣੀ ਵਿੱਚ ਰੱਬ ਦਾ ਸੰਕਲਪ ਜਿਹੜਾ ਉਹ ਘੜਿਆ ਗਿਆ ਆ। ਗੁਰਮਤਿ ਕਾਵਿ ਵੈਦਿਕ ਵਿਰਸੇ ਚੋਂ ਆਏ ਬ੍ਰਾਹਮਣਵਾਦੀ ਕਰਮਕਾਂਡਾਂ ਨੂੰ ਰੱਦ ਕਰਦਾ ਹੈ। ਮਤਲਬ ਗੁਰਮਤਿ ਕਾਵਿ ਦੀ ਵੱਡੀ ਵਿਸ਼ੇਸ਼ਤਾ ਆ ਕਿ ਗੁਰਮਤਿ ਕਾਵਿ ਨੇ ਆਪਣੇ ਸੰਸਾਰਿਕ ਕਰਮਕਾਂਡਾਂ ਦਾ ਖੰਡਨ ਕਰਦਿਆਂ ਹੋਇਆ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ, ਇੱਕ ਨੂਰ, ਇੱਕ ਪ੍ਰਮਾਤਮਾ, ਇੱਕ ਚਾਨਣ ਦੀ, ਇੱਕ ਰੋਸ਼ਨੀ ਦੀ ਗੱਲ ਕੀਤੀ ਆ। ਤੇ ਉਹਨਾਂ ਨੇ ਮਨ ਦੇ ਵਿੱਚੋਂ ਪ੍ਰਭੂ ਨੂੰ ਪਾਉਣ ਦਾ ਜਿਹੜਾ ਹੈ ਇੱਕ ਉਦੇਸ਼ ਆ, ਇੱਕ ਜੋ ਹੁਕਮ ਆ, ਉਸਨੂੰ ਮੰਨਣ ਲਈ ਕਿਹਾ ਆ। ਕੁਰਾਨ ਵਾਂਗ ਇਹ ਪੁਸਤਕਾਂ ਨੂੰ ਨਿਰਪੇਖ ਮਹੱਤਵ ਦੀ ਦੇਣ ਦੀ ਥਾਂ ਗੁਰੂ ਨੂੰ ਵਧੇਰੇ ਮਹੱਤਵ ਦਿੱਤਾ ਗਿਆ। ਗੁਰਬਾਣੀ ਦਾ ਜਿਹੜਾ ਵੱਡਾ ਇੱਕ ਅਸੀਂ ਆਸ਼ਾ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਗੁਰੂ ਧਾਰਨ ਕਰਨ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ, ਕਿ ਜੇ ਗੁਰੂ ਹੈ ਤਾਂ ਫਿਰ ਉਸਨੂੰ ਗੱਤ ਮਿਲ ਜਾਏਗੀ, ਮਨੁੱਖ ਨੂੰ ਉਸ ਦਾ ਰਸਤਾ ਮਿਲੇਗਾ। ਗੁਰੂ ਅੰਗਦ ਦੇਵ ਦਾ ਸ਼ਲੋਕ ਵੀ ਹੈ ਨਾ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੋਦਿਆਂ ਗੁਰਬਿਨ ਘੋਰ ਅੰਧਾਰ। ਗੁਰਬਾਣੀ ਵਿੱਚ ਗੁਰੂ ਦਾ ਮਹੱਤਵ ਵਧੇਰੇ ਹੈ। ਨਾਥਾਂ ਦੀਆਂ, ਯੋਗੀਆਂ ਦੀਆਂ ਕਿਰਿਆਵਾਂ, ਜਿਵੇਂ ਨਾਥ ਜੋਗੀ ਸੀਗੇ, ਉਹ ਕੁਝ ਕਿਰਿਆਵਾਂ ਕਰਦੇ ਸੀ ਯੋਗਾ ਦੀਆਂ, ਜਿਸ ਦੇ ਨਾਲ ਉਹ ਪ੍ਰਮਾਤਮਾ ਨੂੰ ਆਪਣੇ ਲੱਭਣ ਦੀ ਕੋਸ਼ਿਸ਼ ਕਰਦੇ ਸੀ। ਪਰ ਗੁਰਬਾਣੀ ਵਿੱਚ ਨਾਮ ਸਿਮਰਨ ਦੀ ਜਿਹੜੀ ਵਿਧੀ ਆ, ਉਸਨੂੰ ਧਿਆਨ ਵਿਧੀ ਦਾ ਵਿਕਾਸ ਕੀਤਾ ਗਿਆ ਕਿ ਨਾਮ ਸਿਮਰਨ ਕਰਨ ਨਾਲ ਸਾਰੇ ਦੁੱਖ ਦੂਰ ਹੁੰਦੇ। ਜਿਵੇਂ ਸੁਖਮਨੀ ਸਾਹਿਬ ਆ, ਉਹਦੇ ਵਿੱਚ ਤਾਂ ਤਕਰੀਬਨ ਸਾਰੇ ਸੁਖਮਨੀ ਸਾਹਿਬ 'ਚ ਨਾਮ ਸਿਮਰਨ ਦਾ ਜੋ ਮਹੱਤਵ ਆ ਬਹੁਤ ਹੀ ਵਿਧੀ ਨਾਲ ਦੱਸਿਆ ਗਿਆ ਆ ਕਿ ਨਾਮ ਸਿਮਰਨ ਕਰਨ ਨਾਲ ਸਾਡੇ ਕਿੰਨੇ ਸਾਰੇ ਦੁੱਖ ਦੂਰ ਹੁੰਦੇ ਆ। ਗੁਰਮਤਿ ਦਾ ਵਾਹਿਗੁਰੂ ਦਾ ਸੰਕਲਪ
ਜਿਹੜਾ ਹੈ ਉਹ ਇਸਲਾਮ ਦੇ ਵਹਿਦਤੁਲ ਵਜੂਦ ਦੇ ਸੰਕਲਪ ਤੋਂ ਪ੍ਰੇਰਿਤ ਹੈ। ਜੀ ਜਿਹੜੀ ਬੁੱਤ ਪੂਜਾ ਤੇ ਬਹੁਦੇਵਵਾਦ ਦੀ ਥਾਂ ਇਸ ਵਿੱਚ ਇੱਕ ਈਸ਼ਵਰਵਾਦ ਦੀ ਧਾਰਨਾ ਆ, ਭਾਵੇਂ ਇਹਦੇ ਵਿੱਚ ਇੱਕ ਰੱਬ ਦੇ ਉੱਤੇ ਯਕੀਨ ਕਰਨ ਦੀ ਸਾਨੂੰ ਸੋਝੀ ਦਿੱਤੀ ਗਈ ਹੈ। ਸਮੁੱਚੇ ਤੌਰ ਜਿਹੜਾ ਗੁਰਮਤਿ ਕਾਵਿ ਆ ਉਹ ਭਾਰਤੀ ਦਾਰਸ਼ਨਿਕ ਜਿਹੜੀਆਂ ਧਾਰਾਵਾਂ ਸੀ ਇਸ ਤੋਂ ਪਹਿਲਾਂ ਵਾਲੀਆਂ ਵੈਦਿਕ ਤੇ ਅਵੈਦਿਕ, ਸਾਮੀ ਤੇ ਇਸਲਾਮੀ, ਇਹਨਾਂ ਸਾਰੀਆਂ ਦਾ ਸੰਗਮ ਆ। ਮਤਲਬ ਇਹਦੇ ਵਿੱਚ ਜਿੱਥੇ ਸਾਨੂੰ ਜਿਹੜੇ ਭਾਰਤੀ ਦਰਸ਼ਨ ਦੇ ਪੁਰਾਣੇ ਕੁਝ ਉਦਾਹਰਨਾਂ ਮਿਲ ਜਾਂਦੀਆਂ ਨੇ, ਮਹਾਭਾਰਤ, ਰਮਾਇਣ, ਗੀਤਾ ਦੀਆਂ ਕੁਝ ਜਿਹੜੀਆਂ ਕਥਨ ਨੇ, ਉਹਨਾਂ ਕਥਨ ਨੇ ਬੇਨਤਾ ਨਹੀਂ ਹੈ, ਲੇਕਿਨ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਵੀ ਉਹਨਾਂ ਦੀਆਂ ਬਿੰਬਾਤਮਕ ਜਿਹੜੀ ਯੋਜਨਾ ਉਹਦੇ ਵਿੱਚ ਵੀ ਇਸ ਦਾ ਪੁਰਾਣੇ ਜਿਹੜੇ ਸਾਡੇ ਧਾਰਮਿਕ ਗ੍ਰੰਥ ਨੇ ਉਹਨਾਂ ਦਾ ਜਿਹੜਾ ਵਿਵਰਣ ਹੈ ਕਿਸੇ ਨਾ ਕਿਸੇ ਬਾਣੀ ਦੇ ਵਿੱਚ ਜ਼ਰੂਰ ਆ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜੀ ਗੁਰਮਤਿ ਕਾਵਿ ਧਾਰਾ ਹੈ ਇਹ ਮੱਧਕਾਲੀਨ ਪੰਜਾਬੀ ਸਾਹਿਤ ਦੀ ਨਹੀਂ ਹੈ, ਸਗੋਂ ਸਮੁੱਚੇ ਭਾਰਤੀ ਸਾਹਿਤ ਸੱਭਿਆਚਾਰ ਦੀ ਗੌਰਵਮਈ ਵਿਰਾਸਤ ਹੈ। ਗੁਰਮਤਿ ਕਾਵਿ ਵਿੱਚ ਅਧਿਆਤਮਕ ਵਿਚਾਰਧਾਰਾ ਨੂੰ ਕਵਿਤਾ ਰਾਹੀਂ ਪ੍ਰਗਟ ਕੀਤਾ ਗਿਆ। ਜਿਹੜੀ ਵੱਡੀ ਗੱਲ ਹੈ ਵੀ ਇਹਦੇ ਵਿੱਚ ਪੂਰੀ ਬਾਣੀ ਕਵਿਤਾ ਵਿੱਚ ਲਿਖੀ ਗਈ ਹੈ ਤੇ ਅਨੇਕਾਂ ਕਵੀਆਂ ਦਾ ਸਿਰਜਤ ਜਿਹੜਾ ਪ੍ਰਵਚਨ ਆ ਉਹ ਬਹੁਭਾਸ਼ੀ ਹੈ ਤੇ ਬਹੁਖੇਤਰੀ ਹੈ। ਭਾਵੇਂ ਇਹਦੇ ਵਿੱਚ ਸ਼ਾਮਲ ਜਿੰਨੇ ਵੀ ਸਾਡੇ ਗੁਰੂ ਕਵੀ ਨੇ ਜਾਂ ਭਗਤ ਨੇ ਜਾਂ ਭੱਟ ਨੇ, ਉਹਨਾਂ ਦਾ ਇਲਾਕਾ ਵੱਖਰਾ ਵੱਖਰਾ ਹੈ, ਜਿਸ ਕਰਕੇ ਗੁਰਮਤਿ ਕਾਵਿ ਧਾਰਾ ਇੱਕ ਬਹੁਤ ਵਿਸ਼ਾਲ ਭਾਸ਼ਾਈ ਗ੍ਰੰਥ ਹੈਗਾ, ਜਿਹੜਾ ਜਿਹਦੇ ਵਿੱਚ ਪ੍ਰਮਾਤਮਾ ਦਾ ਇੱਕ ਹੈ ਜਾਂ ਪ੍ਰਮਾਤਮਾ ਦੀ ਇਸਤਤ ਦੇ ਵੇਲੇ ਇੰਨੇ ਜ਼ਿਆਦਾ ਭਾਸ਼ਾਵਾਂ ਦੇ ਵਿੱਚ ਇੰਨੀਆਂ ਖੇਤਰਾਂ ਦੇ ਕਵੀਆਂ ਨੇ ਆਪਣਾ ਯੋਗਦਾਨ ਪਾਇਆ ਔਰ ਪ੍ਰਮਾਤਮਾ ਦੇ ਗੁਣ ਗਾਇਨ ਕੀਤੇ ਆ। ਦਿਲਚਸਪ ਗੱਲ ਇਹ ਹੈ ਕਿ ਆਪਣੇ ਆਪ ਨੂੰ ਸ਼ਾਇਰ ਜਾਂ ਕਵੀ ਤੇ ਕਹਿੰਦੇ ਆ, ਪਰ ਆਪਣੀ ਕਵਿਤਾ ਨੂੰ ਨਰੋਲ ਕਵਿਤਾ ਉਹ ਨਹੀਂ ਮੰਨਦੇ, ਕਿਉਂਕਿ ਜੇ ਭਗਤ ਕਬੀਰ ਆਪਣੀ ਰਚਨਾ ਨੂੰ ਗੀਤ ਦੀ ਬਜਾਏ ਬ੍ਰਹਮ ਵਿਚਾਰ ਰੱਖਦੇ ਹਨ ਤਾਂ ਗੁਰੂ ਕਵੀ ਆਪਣੀ ਬਾਣੀ ਨੂੰ ਤੁਰ ਕੀ ਬਾਣੀ ਆਈ, ਜਿਨ ਸਗਲੀ ਚਿੰਤ ਮਿਟਾਈ ਜਾਂ ਸੱਚ ਕੀ ਬਾਣੀ ਜਾਂ ਖਸਮ ਕੀ ਬਾਣੀ ਆਖਣਾ ਵਧੇਰੇ ਉਚਿਤ ਸਮਝਦੇ ਆ। ਮਤਲਬ ਇਹਦੇ ਚ ਕਵਿਤਾ ਰਚਨਾ ਕਰ ਰਹੇ ਆ, ਇਹ ਉਹ ਮੰਨਦੇ ਆ, ਲੇਕਿਨ ਇਹ ਕਵਿਤਾ ਰਚਨਾ ਸਧਾਰਨ ਕਵਿਤਾ ਰਚਨਾ ਨਹੀਂ ਹੈ। ਇਹ ਕਵਿਤਾ ਰਚਨਾ ਇੱਕ ਉਸਤਤ ਆ ਉਸ ਬ੍ਰਹਮ ਦੀ, ਉਸ ਪ੍ਰਮਾਤਮਾ ਦੀ, ਕਾਦਰ ਦੀ, ਕੁਦਰਤ ਦੀ, ਜਿਸ ਦੇ ਵਿੱਚ ਅਸੀਂ ਸਭ ਇਸ ਜੀਵਨ ਨੂੰ, ਬ੍ਰਹਿਮੰਡ ਪਸਾਰੇ ਨੂੰ ਦੇਖ ਰਹੇ ਹਾਂ। ਇਸ ਦੀ ਵਿਚਾਰਧਾਰਾ ਜਿਹੜੀ ਆ ਗੁਰਬਾਣੀ ਦੀ, ਇਹਦੀ ਮੁੱਢਲੀ ਵਿਸ਼ੇਸ਼ਤਾ ਹੈ ਕਿ ਸਮਾਜਿਕ ਆਰਥਿਕ ਬਣਤਰ ਜਿਹੜੀ ਆ ਸਾਡੀ, ਉਹਦੇ ਵਿਚਲੇ ਵਾਸਤਵਿਕ ਵਿਰੋਧਾਂ ਨੂੰ ਕਲਪਨਾਸ਼ੀਲ ਢੰਗ ਨਾਲ ਸਮਝਾਉਣ ਵੱਲ ਰੁਚਿਤ ਆ। ਇਹਦੇ ਵਿੱਚ ਸਾਨੂੰ ਇਹ ਦੱਸਿਆ ਗਿਆ, ਕਲਪਨਾਸ਼ੀਲ ਢੰਗ ਨਾਲ ਇਹ ਦੱਸਿਆ ਗਿਆ ਹੈ ਕਿ ਜੋ ਸਾਡਾ ਸਮਾਜਿਕ ਆਰਥਿਕ ਸਾਰੀ ਬਣਤਰ ਆ ਉਹਦੇ ਵਿੱਚ ਬਹੁਤ ਸਾਰੇ ਵਿਰੋਧ ਨੇ ਤੇ ਉਹਨਾਂ ਵਿਰੋਧਾਂ ਨੂੰ ਇੱਕ ਵਿਦਵਾਨਾਂ ਦੀ ਤਰ੍ਹਾਂ ਗੁਰੂ ਕਵੀਆਂ ਨੇ ਇੱਕ ਆਪਣੀ ਭਾਸ਼ਾ ਦੇ ਵਿੱਚ ਆਪਣੇ ਸ਼ਬਦਾਂ ਤੇ ਸਲੋਕਾਂ ਦੇ ਵਿੱਚ ਜ਼ਾਹਰ ਕੀਤਾ ਹੈ। ਗੁਰਮਤਿ ਕਾਵਿ ਦੀ ਵਿਚਾਰ ਸੱਤਾ ਵਿਹੂਣੇ ਵਰਗ, ਸਧਾਰਨ ਲੋਕਾਂ ਅਤੇ ਮਹਿਕੂਮ ਦੀ ਵਿਚਾਰਧਾਰਾ ਹੈ। ਭਾਵ ਗੁਰਮਤਿ ਕਾਵਿ ਧਾਰਾ ਜਿਹੜੀ ਹੈ ਉਹ ਜਿੱਥੇ ਸੱਚ ਦੇ ਨਾਲ ਖੜੀ ਹੈ ਉੱਥੇ ਨਾਲ ਦੀ ਨਾਲ ਗਰੀਬ ਲਤਾੜੇ ਲੋਕਾਂ ਦਾ ਸਾਥ ਵੀ ਦੇਣ ਵਾਲੀ ਵਿਚਾਰਧਾਰਾ ਹੈ, ਜਿਸ ਦੇ ਵਿੱਚ ਕੀਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ ਵਾਲਾ ਜੋ ਤਿੰਨ ਗੁਣ ਨੇ ਉਹਨਾਂ ਤੇ ਵੀ ਵਿਸ਼ੇਸ਼ ਬਲ ਦਿੱਤਾ ਗਿਆ ਤੇ ਨਾਲ ਦੀ ਨਾਲ ਸਧਾਰਨ ਲੋਕਾਂ ਨੂੰ ਸੁਚੇਤ ਕੀਤਾ ਗਿਆ ਔਰ ਲੋਟੂ ਹੱਕ ਪਰਾਇਆ ਨਾਨਕਾ ਉਸੂ ਵਰਸ ਗਾਏ ਕਹਿ ਕੇ ਕੀਰਤੀ ਲੋਕਾਂ ਦੀ ਜਿਹੜੀ ਸ਼ਲਾਘਾ ਆ ਉਹ ਕੀਤੀ ਗਈ ਤੇ ਆਪਣਾ ਹੱਕ ਖਾਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਹ ਪਾਰਗਾਮੀ ਹਸਤੀ ਦੇ ਸਾਹਮਣੇ ਮਨੁੱਖ ਦੀ ਬਰਾਬਰੀ ਦਾ ਸੰਕਲਪ ਸਥਾਪਿਤ ਕਰਦਾ ਹੈ। ਭਾਵੇਂ ਦੇ ਵਿੱਚ ਜਾਤਾਂ ਪਾਤਾਂ ਦੀ ਭੇਦਭਾਵ ਸਾਰੇ ਜਿਹੜੇ ਆ ਉਹ ਛੱਡ ਕੇ ਉਹ ਇੱਕ ਬਰਾਬਰਤਾ ਦੀ ਗੱਲ ਕੀਤੀ ਹੈ। ਮਿਸਾਲ ਵਜੋਂ ਗੁਰੂ ਨਾਨਕ ਦੇਵ ਦੀਆਂ ਪੰਕਤੀਆਂ ਦੇਖੋ, ਨੀਚਾ ਅੰਦਰ ਨੀਚ ਜਾਤਨ ਨੀਚੀ ਹੋ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ ਵਡਿਆ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤਰੀ ਬਖਸ਼ੀਸ। ਇਹਨਾਂ ਪੰਕਤੀਆਂ ਵਿੱਚ ਦਰਸਾਇਆ ਗਿਆ ਕਿ ਸਰਬ ਸਧਾਰਨ ਮਾਨਵਤਾ ਦਾ ਉਹ ਅੰਗ ਹੈ ਜੋ ਸੱਤਾਧਾਰੀ ਵਰਗ ਦੇ ਸ਼ੋਸ਼ਣ ਦਾ ਸ਼ਿਕਾਰ ਨੇ। ਸਮੁੱਚੇ ਤੌਰ ਤੇ ਕਹਿ ਸਕਦੇ ਵੀ ਗੁਰਮਤਿ ਕਾਵਿ ਧਾਰਾ ਆਪਣੇ ਸਮਕਾਲੀਨ ਸੰਦਰਭ ਵਿੱਚ ਕ੍ਰਾਂਤੀਕਾਰੀ ਵਿਚਾਰਧਾਰਾ ਹੈ। ਵਿਸ਼ੇਸ਼ ਕਰਕੇ ਗੁਰੂ ਨਾਨਕ ਬਾਣੀ ਨੂੰ ਜੇ ਅਸੀਂ ਸਮਝੀਏ ਤਾਂ ਗੁਰੂ ਨਾਨਕ ਬਾਣੀ ਸਮੇਂ ਦੇ ਹਾਕਮਾਂ ਨੂੰ ਵੀ ਵੰਗਾਰਦੀ ਹੈ। ਗੁਰੂ ਨਾਨਕ ਬਾਣੀ ਲੋਟੂ ਧਿਰਾਂ ਦਾ ਵੀ ਪਰਦਾਫਾਸ਼ ਕਰਦੀ ਹੈ ਤੇ ਗੁਰੂ ਨਾਨਕ ਬਾਣੀ ਕੀਰਤੀ ਕਾਮਿਆਂ ਨੂੰ ਵੀ ਇੱਕ ਨਵਾਂ ਬਲ ਜੋ ਹੈ ਉਹ ਬਖਸ਼ਦੀ ਹੈ। ਵਿਸ਼ਵ ਦ੍ਰਿਸ਼ਟੀ ਜਿਹੜੀ ਹੈ ਇਸ ਗੁਰਮਤਿ ਕਾਵਿ ਦੀ, ਉਹਦੇ ਵਿੱਚ ਭਾਰਤੀ ਅਧਿਆਤਮਕ ਪਰੰਪਰਾ ਜਿਹੜੀ ਆ ਉਹ ਕਾਰਜਸ਼ੀਲ ਦਿਖਾਈ ਦਿੰਦੀ ਹੈ। ਗੁਰਮਤਿ ਕਾਵਿ ਦੀ ਵਿਸ਼ਵ ਦ੍ਰਿਸ਼ਟੀ ਦਾ ਅਧਿਐਨ ਕਰਨ ਲਈ ਇਸ ਸੰਕਲਪ ਨੂੰ ਆਧਾਰ ਬਣਾਇਆ ਜਾ ਸਕਦਾ। ਇਹਦੇ ਵਿੱਚ ਦੋ ਸੰਕਲਪ ਨੇ, ਇੱਕ ਹੈ ਬ੍ਰਹਮ ਦਾ ਸੰਕਲਪ ਤੇ ਦੂਜਾ ਹੈ ਜਗਤ ਤੇ ਮਾਨਵ ਦਾ ਸੰਕਲਪ।
ਗੁਰਬਾਣੀ ਨੂੰ ਜੇ ਅਸੀਂ ਦੋ ਮਤਲਬ ਜੇ ਅਸੀਂ ਇਹਦੀ ਵਿਸ਼ਵ ਦ੍ਰਿਸ਼ਟੀ ਤੋਂ ਦੋ ਭਾਗਾਂ ਚ ਵੰਡੀਏ ਤਾਂ ਪਹਿਲੀ ਵਿਸ਼ਵ ਦ੍ਰਿਸ਼ਟੀ ਅਜਿਦਾਰ ਹੁੰਦੀ ਹੈ ਬ੍ਰਹਮ ਦਾ ਸੰਕਲਪ। ਤੇ ਬ੍ਰਹਮ ਵਾਸਤੇ ਜਿਹੜਾ ਸ਼ੁਰੂਆਤੀ ਸ਼ਬਦ ਜੇ ਅਸੀਂ ਗੁਰੂ ਵਿੱਚ ਮੂਲ ਮੰਤਰ ਹੀ ਵੇਖੀਏ ਤਾਂ ਬ੍ਰਹਮ ਨੂੰ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਤੱਕ ਜਿਹੜਾ ਆ ਉਹ ਮੂਲ ਮੰਤਰ ਦੇ ਵਿੱਚ ਹੀ ਬ੍ਰਹਮ ਦੀ ਜਿਹੜੀ ਜੋ ਇੱਕ ਮੈਂ ਪਰਿਭਾਸ਼ਾ ਜਾਂ ਕਹੋ ਇੱਕ ਉਹਨਾਂ ਦੀ ਉਸਤਤ ਆ ਉਹ ਕੀਤੀ ਗਈ ਆ, ਉਹ ਉਸਤਤ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਆਧਾਰ ਬਣੀ। ਇਸ ਲਈ ਬ੍ਰਹਮ ਦਾ ਸੰਕਲਪ ਜਿਹੜਾ ਹੈ ਬਹੁਤ ਉੱਭਰ ਕੇ ਸਾਹਮਣੇ ਆਇਆ ਹੈ। ਬ੍ਰਹਮ ਨੂੰ ਸਰਬ ਸ਼ਕਤੀਮਾਨ ਸਰਬ ਵਿਆਪਕ ਮੰਨਿਆ ਗਿਆ ਆ, ਸਭ ਦੁੱਖ ਕੱਟਣਹਾਰ ਮੰਨਿਆ ਗਿਆ ਹੈ। ਤੂੰ ਕਾਹੇ ਡੋਲਤ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ ਵਰਗੀਆਂ ਤੁਕਾਂ ਨਾਲ ਬ੍ਰਹਮ ਦੀ ਵਡਿਆਈ ਕੀਤੀ ਗਈ ਹੈ ਤੇ ਮਨੁੱਖ ਨੂੰ ਉਸ ਤੇ ਟੇਕ ਰੱਖਣ ਲਈ ਕਿਹਾ ਗਿਆ, ਉਸ ਤੇ ਆਸਰਾ ਰੱਖਣ ਲਈ ਕਿਹਾ ਗਿਆ। ਉਸ ਤੋਂ ਬਾਅਦ ਜਗਤ ਤੇ ਮਾਨਵ ਦਾ ਜੋ ਸੰਕਲਪ ਗੁਰਬਾਣੀ 'ਚ ਪੇਸ਼ ਹੋਇਆ ਹੈ ਉਸ ਦੇ ਵਿੱਚ ਵੀ ਇਸ ਸੰਸਾਰ ਨੂੰ ਨਾਸ਼ਵਾਨ ਮੰਨਿਆ ਗਿਆ ਹੈ। ਤੇ ਪਰ ਇਸ ਨਾਸ਼ਵਾਨ ਸੰਸਾਰ ਦੇ ਵਿੱਚ ਜੋ ਮਨੁੱਖ ਦਾ ਜੀਵਨ ਆ ਉਹਨੂੰ ਬਹੁਮੁੱਲਾ ਮੰਨਿਆ ਗਿਆ ਹੈ ਕਿ ਜਿੰਨੀ ਦੇਰ ਮਨੁੱਖ ਨੇ ਸੰਸਾਰ 'ਚ ਰਹਿਣਾ ਹੈ ਉਨੀ ਦੇਰ ਉਸਨੇ ਆਪਣੇ ਚੰਗੇ ਕਰਮਾਂ ਦੇ ਨਾਲ ਤੇ ਚੰਗੇ ਆਪਣੇ ਵਿਚਾਰਾਂ ਦੇ ਨਾਲ ਸਾਰੇ ਪਾਸੇ ਆਪਣੀ ਮਾਨਵਤਾ ਦਾ ਫੈਲਾਅ ਕਰਨਾ, ਇਸ ਗੱਲ ਦਾ ਵੀ ਬਾਣੀ ਦੇ ਵਿੱਚ ਜ਼ਿਕਰ ਹੈ। ਔਰ ਮਾਨਵ ਦਾ ਜੋ ਸੰਕਲਪ ਹੈ ਗੁਰਬਾਣੀ 'ਚ, ਮਾਨਵ ਨੂੰ ਪੰਜਾਂ ਤੱਤਾਂ ਦਾ ਪੁਤਲਾ ਤਾਂ ਮੰਨਿਆ ਹੀ ਗਿਆ, ਜਿਸ ਦੇ ਵਿੱਚ ਕਿਆ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਈ ਦਾਈ ਦਾਇਆ ਖੇਲੇ ਸਗਲ ਜਗਤ। ਜਗਤ ਸਾਰਾ ਏਦਾਂ ਖੇਡਦਾ ਤੇ ਮਨੁੱਖ ਵੀ ਇਹਨਾਂ ਪੰਜਾਂ ਤੱਤਾਂ ਦਾ ਬਣਿਆ, ਜਿਸ ਦੇ ਵਿੱਚ ਜੋ ਹੋਰ ਭਾਵ ਨੇ ਉਹਦੇ ਹਉਮੈ ਦਾ, ਹੰਕਾਰ ਦਾ, ਮੋਹ ਦਾ, ਮਾਇਆ ਦਾ, ਕਾਮ ਦਾ, ਉਸ ਤੋਂ ਵੀ ਛੁਟਕਾਰਾ ਪਾਉਣ ਵਾਸਤੇ ਮਨੁੱਖ ਨੂੰ ਗਾਹੇ ਬਗਾਹੇ ਗੁਰਬਾਣੀ ਚੇਤਨ ਕਰਦੀ ਹੈ। ਤੇ ਇਹਦੇ ਨਾਲ ਲੱਭ ਦੀ ਗੱਲ, ਲਾਲਚ ਦੀ ਗੱਲ, ਮਿੱਠਾ ਬੋਲਣ ਲਈ ਗੁਰਬਾਣੀ ਨੇ ਕਿਆ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ ਵਾਲੀ ਗੱਲ ਜੇ ਦੇਖੀਏ ਤਾਂ ਉਹ ਉਸ ਤੋਂ ਵੀ ਸਾਨੂੰ ਸੁਚੇਤ ਕਰਦੇ ਆ ਕਿ ਅਸੀਂ ਚੰਗੇ ਗੁਣ ਜਿਹੜੇ ਆ ਉਹ ਧਾਰਨ ਕਰੀਏ, ਦਇਆ ਰੱਖੀਏ ਮਨ 'ਚ, ਸੰਤੋਖ ਰੱਖੀਏ। ਦਇਆ ਕਪਾ ਸੰਤੋਖ ਸੂਤ ਸਤ ਗੰਢੀ ਜਤ ਵੱਟ ਵਾਲਾ ਜੇ ਅਸੀਂ ਸ਼ਬਦ ਦੇਖਦੇ ਹਾਂ ਤਾਂ ਸਾਨੂੰ ਸਮਝ ਆ ਜਾਏਗੀ ਕਿ ਇਹਦੇ ਵਿੱਚ ਕਿਹੋ ਜਿਹੇ ਇੱਕ ਚੰਗੇ ਮਾਨਵ ਦੀ ਕਲਪਨਾ ਕੀਤੀ ਹੈ, ਜਿਸ ਦੇ ਵਿੱਚ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ ਇਹ ਜਨੇਊ ਨਾਨਕਾ ਹਾਈ ਤਾਂ ਭਾਂਡੇ ਕੱਤ। ਤਾਂ ਇੱਥੋਂ ਸਾਨੂੰ ਪਤਾ ਲੱਗਦਾ ਕਿ ਦਇਆ, ਮਾਨਵਤਾ, ਕਰੁਣਾ, ਦੂਜਿਆਂ ਦੀ ਮਦਦ ਕਰਨਾ, ਪਰਉਪਕਾਰੀ ਹੋਣਾ, ਇਹ ਕਿੰਨੇ ਚੰਗੇ ਸੰਕਲਪ ਆ ਜੋ ਮਾਨਵ ਦੀ ਉਸਾਰੀ ਵਾਸਤੇ ਗੁਰਬਾਣੀ ਨੇ ਸਾਨੂੰ ਇੱਕ ਵਿਸ਼ਵ ਦ੍ਰਿਸ਼ਟੀ ਦੇ ਤੌਰ ਤੇ ਦਿੱਤੇ। ਗੁਰਬਾਣੀ ਜਿਹੜੀ ਆ ਲਿਖੀ ਗਈ ਆ ਵੱਖ-ਵੱਖ ਕਾਵ ਰੂਪਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਆਰਤੀ, ਅਲਾਉਣੀਆਂ, ਆਨੰਦ, ਅੰਜਲੀ, ਅਸ਼ਟਪਦੀ, ਸੋ ਪੁਰਖ, ਸੋਹਿਲਾ, ਸੁਚੱਜੀ, ਸੱਦ, ਗੋਸ਼ਟ, ਸ਼ਬਦ, ਸੁਖਮਨੀ, ਸਲੋਕ, ਕੁਚੱਜੀ, ਕਾਫੀ, ਕਰਹਲੇ, ਗੁਣਵੰਤੀ, ਗਾਥਾ, ਘੋੜੀਆਂ, ਚੌਪਦੇ, ਚੌਬੋਲੇ, ਛਿੰਜ, ਸ਼ੰਤ, ਦੱਖਣੇ, ਤੀਪਦੇ, ਥਿੱਤੀ, ਦੁਪਦੇ, ਦਿਨ ਰੈਣ, ਪੌੜੀ, ਪਹਿਰੇ, ਪਦੇ, 52 ਅੱਖਰੀ, ਬਿਰਹੜੇ, 12 ਮਹਾ, ਮੰਗਲ, ਮੰਦਾਵਣੀ, ਰੁੱਤੀ, ਲਾਵਾਂ, ਵਾਰ, ਸਤਵਾਰ ਆਦਿ। ਇਹ ਕਾਵ ਰੂਪ ਭਾਰਤ ਦੀ ਕਲਾਸੀਕਲ ਕਾਵ ਪਰੰਪਰਾ ਨਾਲ ਵੀ ਸੰਬੰਧਿਤ ਨੇ ਤੇ ਲੋਕ ਪਰੰਪਰਾ ਨਾਲ ਵੀ। ਹੁਣ ਜਿਵੇਂ ਘੋੜੀਆਂ ਗੁਰਬਾਣੀ 'ਚ ਜਾਂ ਗੁਰਬਾਣੀ 'ਚ ਛੰਤ ਨੇ ਜਾਂ ਅਲਾਉਣੀਆਂ ਨੇ ਜਾਂ ਸਤਵਾਰਾ ਹੈ, ਤਾਂ ਇਹ ਨਿਰੋਲ ਸਾਡੇ ਲੋਕ ਜੀਵਨ ਨਾਲ ਜੁੜੇ ਕਾਵ ਰੂਪ ਨੇ, ਜਿਨ੍ਹਾਂ ਦੇ ਵਿੱਚੋਂ ਅਸੀਂ ਆਪਣੇ ਲੋਕ ਜੀਵਨ ਦੀ ਝਲਕ ਵੇਖ ਸਕਦੇ ਹਾਂ। ਪਰ ਇਹਦੇ ਵਿੱਚ ਸੰਸਾਰਿਕ ਕਥਨ ਨਹੀਂ ਦਿੱਤੇ ਗਏ, ਇਹਦੇ ਵਿੱਚ ਸਾਨੂੰ ਆਤਮਕ ਜਿਹੜੀ ਇੱਕ ਸੋਝੀ ਆ ਉਹ ਦੇਣ ਵਾਸਤੇ ਇਹਨਾਂ ਕਾਵ ਰੂਪਾਂ ਦਾ ਪ੍ਰਯੋਗ ਕੀਤਾ ਗਿਆ ਹੈ। ਇਸ ਗੁਰਬਾਣੀ ਦਾ ਜੋ ਸਾਡੇ ਕੋਲ ਗੁਰਮਤਿ ਕਾਵ ਦਾ ਇੱਕ ਮਹਾਨ ਗ੍ਰੰਥ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ, ਉਸ ਦਾ ਸੰਕਲਪ ਜਿਹੜਾ ਹੈ ਜਾਂ ਸਰੂਪ ਜਿਹੜਾ ਹੈ ਉਹਦੇ ਵਿੱਚ ਅਧਿਆਤਮਕ ਤੇ ਨੈਤਿਕ ਅਗਵਾਈ ਵਾਲਾ ਵੱਟ ਆਕਾਰੀ ਪਾਠ ਸੰਗ੍ਰਹਿ ਕਰਨ ਦੀ ਲੋਚਾ ਕਾਰਜਸ਼ੀਲ ਹੈ। ਇਸ ਮੰਤਵ ਦੀ ਪੂਰਤੀ ਲਈ ਗੁਰੂ ਅਰਜਨ ਦੇਵ ਨੇ ਸਿੱਖ ਧਰਮ ਦੇ ਪ੍ਰਵਰਤਕ ਗੁਰੂ ਨਾਨਕ ਦੇਵ ਤੇ ਆਪਣੇ ਸਮੇਤ ਹੋਰ ਗੁਰੂ ਵਿਅਕਤੀਆਂ ਦੀ ਬਾਣੀ ਨੂੰ ਮੁੱਖ ਹੀ ਨਹੀਂ ਰੱਖਿਆ, ਸਗੋਂ ਉਹਨਾਂ ਨੇ ਸਮਕਾਲੀ ਅਤੇ ਪੂਰਵਕਾਲੀ ਧਰਮ ਪ੍ਰਵਰਤਕਾਂ ਦੀ ਬਾਣੀ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾ ਮੂਲ ਮੰਤਰ ਹੈ ਜੋ ਗੁਰੂ ਪ੍ਰਸਾਦ ਤੇ ਮੁੱਕ ਜਾਂਦਾ ਹੈ। ਇਸ ਤੋਂ ਗਾਂ ਸਭ ਤੋਂ ਪਹਿਲੀ ਬਾਣੀ ਜਪ ਹੈ। ਸਮੁੱਚੀ ਬਾਣੀ 31 ਰਾਗਾਂ 'ਚ ਦਰਜ ਹੈ।
ਇਸ ਵਿੱਚ ਕਬੀਰ ਜੀ ਦੇ 243 ਅਤੇ ਫਰੀਦ ਜੀ ਦੇ 130 ਸ਼ਲੋਕ ਹਨ, ਜਿਸ ਵਿੱਚ ਭਗਤਾਂ ਦੇ 349 ਸ਼ਬਦ ਹਨ। ਮਤਲਬ ਗੁਰਬਾਣੀ ਵਿੱਚ 6 ਗੁਰੂ ਸਾਹਿਬਾਨਾਂ ਤੋਂ ਇਲਾਵਾ 15 ਭਗਤ ਤੇ 15 ਭੱਟ ਨੇ ਜਿਨ੍ਹਾਂ ਦੀ ਬਾਣੀ ਸ਼ੋਭਤ ਹੈ। ਤੇ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਤੇ ਜਿਹੜੀ ਸਾਂਝੀਵਾਲਤਾ ਮਾਨਵਤਾ ਦਾ ਜਿਹੜਾ ਸੰਦੇਸ਼ ਦਿੱਤਾ ਉਹ ਅਮਲੀ ਰੂਪ ਚ ਆ ਕਿ ਸਾਰੇ ਧਰਮਾਂ ਮਜ਼ਹਬਾਂ ਦੇ ਗੁਰੂ ਮਤਲਬ ਜੋ ਸਾਡੇ ਕਵੀ ਨੇ ਜਾਂ ਅਸੀਂ ਕਹਿ ਸਕੀਏ ਕਿ ਉਸ ਵੇਲੇ ਦੇ ਧਰਮ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਸੀਗੀਆਂ, ਉਹਨਾਂ ਦੇ ਸ਼ਬਦਾਂ ਦੇ ਸ਼ਲੋਕਾਂ ਨੂੰ ਸ਼ਾਮਿਲ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ 1430 ਪੰਨਿਆਂ ਦੀ ਇੱਕ ਵਾਢਕਾਰੀ ਰਚਨਾ ਹੈ। ਇਸ ਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ 1604 ਚ ਕਰਾਈ। ਇਸ ਵਿੱਚ ਭਾਈ ਗੁਰਦਾਸ ਜੀ ਨੇ ਲਿਖਾਰੀ ਵਜੋਂ ਭੂਮਿਕਾ ਨਿਭਾਈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਜਪਜੀ ਹੈ, ਇਸ ਤੋਂ ਪਿੱਛੋਂ ਸ਼ਬਦ ਹਨ। ਫਿਰ ਰਾਗਾਂ ਅਨੁਸਾਰ ਸਾਰੀ ਰਚਨਾ ਨੂੰ ਵਿਉਂਤਿਆ ਗਿਆ ਹੈ। ਸਭ ਤੋਂ ਪਹਿਲਾਂ ਸ਼੍ਰੀ ਰਾਗ ਹੈ। ਡਾਕਟਰ ਸੁਰਿੰਦਰ ਸਿੰਘ ਕੋਹਲੀ ਲਿਖਦੇ ਹਨ ਕਿ ਆਦਿ ਗ੍ਰੰਥ 'ਚ ਕੁੱਲ 31 ਰਾਗ ਹਨ। ਅਸਲ ਵਿੱਚ ਇਹਨਾਂ ਵਿੱਚੋਂ 14 ਰਾਗ ਤੇ 17 ਰਾਗੜੀਆਂ ਹਨ। ਆਦਿ ਗੁਰੂ ਗ੍ਰੰਥ ਦੇ ਅਖੀਰ ਵਿੱਚ ਦਿੱਤੀ ਗਈ ਰਾਗਮਾਲਾ ਵਿੱਚ 6 ਵੱਡੇ ਭਾਗਾਂ ਦਾ ਜ਼ਿਕਰ ਹੈ। ਹਰ ਰਾਗ ਦੀਆਂ 5 ਵਹੁਟੀਆਂ ਤੇ 8 ਪੁੱਤਰ ਹਨ। ਇਹਨਾਂ 6 ਵੱਡੇ ਰਾਗਾਂ ਵਿੱਚੋਂ ਕੁੱਲ 2 ਵੱਡੇ ਰਾਗ ਸ੍ਰੀ ਰਾਗ ਅਤੇ ਭੈਰਵ ਰਾਗ ਹਨ। ਤੇ ਇਸ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 5 ਗੁਰੂਆਂ 15 ਭਗਤ ਤੇ ਇੱਕੋ ਸੂਫੀ ਕਵੀ, ਇਸ ਤੋਂ ਇਲਾਵਾ ਗੁਰੂ ਘਰ ਦੇ ਨਿਕਟਵਰਤੀ ਕਵੀਆਂ ਦੀ ਬਾਣੀ ਵੀ ਜੋ ਹੈ ਇਹਦੇ ਵਿੱਚ ਦਰਜ ਹੈ। ਗੁਰੂ ਨਾਨਕ ਕਾਲ ਦੇ ਵਿੱਚ ਜਿਹੜੇ ਪ੍ਰਮੁੱਖ ਕਵੀ ਨੇ ਉਹਨਾਂ ਦੇ 2 ਕਾਲ ਆ। ਇੱਕ ਤਾਂ ਪੂਰਬ ਨਾਨਕ ਕਾਲ ਦੇ ਕਵੀ ਆ ਜਿਨ੍ਹਾਂ 'ਚ ਬਾਬਾ ਫਰੀਦ ਸ਼ਾਮਲ ਨੇ, ਭਗਤ ਜੈਦੇਵ ਸ਼ਾਮਲ ਨੇ, ਭਗਤ ਨਾਮਦੇਵ ਸ਼ਾਮਲ ਨੇ, ਭਗਤ ਧੰਨਾ ਸ਼ਾਮਲ ਨੇ, ਭਗਤ ਰਵਿਦਾਸ, ਭਗਤ ਕਬੀਰ। ਇਹ ਪੂਰਬ ਨਾਨਕ ਕਾਲ ਦੇ ਆ। ਇਹਨਾਂ ਕਵੀਆਂ ਦੀ ਕਾਵ ਰਚਨਾ 'ਚ ਕਾਵ ਚੇਤਨਾ ਅਤੇ ਸਿਧਾਂਤ ਚਿੰਤਨ ਦੇ ਦ੍ਰਿਸ਼ਟੀਕੋਣ ਤੋਂ ਗੁਰੂ ਨਾਨਕ ਕਾਲ ਦੇ ਗੁਰੂ ਕਵੀਆਂ ਦੀ ਰਚਨਾ ਵਿੱਚ ਡੂੰਘੀ ਸਾਂਝ ਜਿਹੜੀ ਆ ਨਜ਼ਰ ਆਉਂਦੀ ਆ। ਦੂਜਾ ਕਾਲ ਉੱਤਰ ਗੁਰੂ ਨਾਨਕ ਕਾਲ, ਮਤਲਬ ਗੁਰੂ ਨਾਨਕ ਤੋਂ ਬਾਅਦ ਵਾਲਾ ਕਾਲ ਆ। ਅਸੀਂ 3 ਵਰਗਾਂ 'ਚ ਵੰਡ ਕੇ ਵਿਚਾਰਿਆ ਆ। ਅਸੀਂ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ। ਤੇ ਅਸੀਂ ਜਾਣਦੇ ਹਾਂ ਗੁਰੂ ਗੋਬਿੰਦ ਸਿੰਘ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਹੀਂ ਆ। ਇਹਨਾਂ ਗੁਰੂ ਵਿਅਕਤੀਆਂ ਵਿੱਚੋਂ ਪਹਿਲੇ 6 ਗੁਰੂਆਂ ਦੀ ਬਾਣੀ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ, ਜਦਕਿ ਗੁਰੂ ਗੋਬਿੰਦ ਸਿੰਘ ਦੀ ਮੁੱਖ ਰੂਪ ਵਿੱਚ 10ਵੇਂ ਗ੍ਰੰਥ ਦੇ ਬਾਣੀਕਾਰ ਵਜੋਂ ਪ੍ਰਸਿੱਧ ਹਨ। ਇੱਕ ਰਵਾਇਤ ਅਨੁਸਾਰ ਇਹਨਾਂ ਦਾ ਇੱਕ ਸ਼ਲੋਕ ਆਦਿ ਗ੍ਰੰਥ ਵਿੱਚ ਸ਼ਾਮਲ ਹੈ। ਵਰਗ ਵਿੱਚ ਅਸੀਂ ਗੁਰੂ ਘਰ ਦੇ ਉਹਨਾਂ, ਦੂਜੇ ਵਰਗ 'ਚ ਅਸੀਂ ਗੁਰੂ ਘਰ ਦੇ ਉਹਨਾਂ ਭੱਟਾਂ ਨੂੰ ਰੱਖਦੇ ਹਾਂ ਜਿਨ੍ਹਾਂ ਦੀ ਰਚਨਾ ਆਦਿ ਗ੍ਰੰਥ ਸ਼ਾਮਲ ਹੈ। ਤੇ ਤੀਜੇ ਵਰਗ 'ਚ ਅਸੀਂ ਭਾਈ ਗੁਰਦਾਸ ਨੂੰ ਵੀ ਸਮਝ ਸਕਦੇ ਹਾਂ। ਇਹਨਾਂ ਦੀ ਬਾਣੀ ਭਾਵੇਂ ਸ਼ਾਮਲ ਨਹੀਂ ਆ, ਪਰ ਸਿਧਾਂਤਕ ਤੇ ਵਿਹਾਰਕ ਦ੍ਰਿਸ਼ਟੀ ਤੋਂ ਇਹਨਾਂ ਨੂੰ ਗੁਰਮਤਿ ਕਾਵਿ ਧਾਰਾ ਦੇ ਅੰਤਰਗਤ ਹੀ ਰੱਖਿਆ ਤੇ ਵਿਚਾਰਿਆ ਜਾ ਸਕਦਾ ਹੈ, ਕਿਉਂਕਿ ਇਹਦੇ ਵਿਸ਼ੇ ਜਿਹੜੇ ਹਨ ਉਹ ਗੁਰਮਤਿ ਕਾਵਿ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਆ। ਤੇ ਇਹਨਾਂ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਵੀ ਆਖਿਆ ਗਿਆ। ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ, ਲੇਕਿਨ ਇਹਨਾਂ ਦੀ ਬਾਣੀ ਨੂੰ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਤੇ ਗੁਰੂਆਂ ਜੀ ਨੂੰ ਸਮਝਣਾ ਸਾਨੂੰ ਥੋੜਾ ਆਸਾਨ ਹੋ ਜਾਂਦਾ ਹੈ। ਇਸੇ ਲਈ ਇਹਨਾਂ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਆ ਜੋ ਉਹ ਕਿਹਾ ਗਿਆ ਹੈ। ਇਸ ਪ੍ਰਕਾਰ ਇਹ ਸਮੁੱਚੀ ਜਿਹੜੀ ਜਾਣਕਾਰੀ ਹੈ ਇਹ ਵਿਕੀਪੀਡੀਆ ਤੋਂ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਅਸੀਂ ਗੁਰਮਤਿ ਕਾਵਿ ਦੇ ਵਿਸ਼ੇਸ਼ ਜਿਹੜੇ ਸੰਖੇਪ ਦੇ ਵਿੱਚ ਇੱਕ ਝਲਕ ਜਿਹੜੀ ਹੈ ਗੁਰਮਤਿ ਕਾਵਿ ਦੀ ਪਾਠਕਾਂ ਦੇ ਜਾਂ ਦੇ ਜੋ ਵੀ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ ਦਿੱਤੀ ਹੈ। ਤਾਂ ਉਮੀਦ ਹੈ ਪਸੰਦ ਆਈ ਹੋਏਗੀ। ਬਹੁਤ ਸ਼ੁਕਰੀਆ।